ਸਤਿ ਸ਼੍ਰੀ ਅਕਾਲ ਜੀ। ਮੈਂ ਰਵਨੀਤ ਕੌਰ ਪੰਜਾਬ ਹੈਰੀਟੇਜ ਚੈਨਲ ਤੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਆਓ ਇੱਕ ਨਜ਼ਰ ਮਾਰਦੇ ਹਾਂ ਤੇ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਬਾਰੇ। ਚੀਨ ਨੇ ਤਾਈਵਾਨ ਜਲਮਰੂ ਵਿੱਚ ਫੌਜੀ ਅਭਿਆਸ ਦਾ ਐਲਾਨ ਕੀਤਾ। ਚੀਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਤਾਈਵਾਨ ਸਟ੍ਰੇਟ ਵਿੱਚ 3 ਦਿਨਾਂ ਫੌਜੀ ਅਭਿਆਸ ਸ਼ੁਰੂ ਕਰ ਰਿਹਾ ਹੈ। ਪੀਪਲਸ ਲਿਬਰੇਸ਼ਨ ਆਰਮੀ ਦੀ ਪੂਰਬੀ ਥੀਏਟਰ ਕਮਾਂਡ ਨੇ ਕਿਹਾ ਕਿ ਸੰਯੁਕਤ ਛਾਪ ਤਲਵਾਰ ਲੜਾਈ ਤਿਆਰੀ ਲਈ 8 ਤੋਂ 10 ਅਪ੍ਰੈਲ ਤੱਕ ਚੱਲੇਗੀ। ਪੀਐਲਏ ਦੇ ਇੱਕ ਬਿਆਨ ਵਿੱਚ ਈਸਟਰਨ ਥੀਏਟਰ ਦੇ ਬੁਲਾਰੇ ਸੀਨੀਅਰ ਕਰਨਲ ਸ਼ੀ ਯੀ ਨੇ ਕਿਹਾ ਕਿ ਯੂਨਾਈਟਿਡ ਛਾਪ ਤਲਵਾਰ ਵਿੱਚ ਪੁਲਿਸ ਗਸ਼ਤ ਅਭਿਆਸ ਸ਼ਾਮਲ ਹੋਣਗੇ। ਤਾਈਵਾਨ ਸਟ੍ਰੇਟ ਤਾਈਵਾਨ ਦੇ ਉੱਤਰ ਅਤੇ ਦੱਖਣ ਵੱਲ ਅਤੇ ਤਾਈਵਾਨ ਦੇ ਪੂਰਬ ਵੱਲ ਸਮੁੰਦਰ ਅਤੇ ਹਵਾਈ ਖੇਤਰ ਵਿੱਚ ਅਭਿਆਸ ਦਾ ਸਹੀ ਸਥਾਨ ਨਿਰਧਾਰਿਤ ਨਹੀਂ ਕੀਤਾ ਗਿਆ ਸੀ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਪਿਛਲੇ 24 ਘੰਟਿਆਂ ਵਿੱਚ ਟਾਪੂ ਦੇ ਆਲੇ ਦੁਆਲੇ 3 ਜੰਗੀ ਜਹਾਜ਼ਾਂ ਅਤੇ 13 ਚੀਨੀ ਜਹਾਜ਼ਾਂ ਦਾ ਪਤਾ ਲਗਾਇਆ ਹੈ। ਰਾਸ਼ਟਰੀ ਰੱਖਿਆ ਮੰਤਰਾਲੇ ਨੇ ਸਵੇਰ ਦੀ ਰਿਪੋਰਟ ਵਿੱਚ ਕਿਹਾ ਕਿ ਪਤਾ ਕੀਤੇ ਗਏ ਜਹਾਜ਼ਾਂ ਵਿੱਚੋਂ 4 ਨੇ ਤਾਈਵਾਨ ਸਟ੍ਰੇਟ ਦੀ ਮੱਧ ਰੇਖਾ ਨੂੰ ਪਾਰ ਕਰ ਲਿਆ ਸੀ ਅਤੇ ਤਾਈਵਾਨ ਨੂੰ ਦੱਖਣ ਪੂਰਬੀ ADIG ਵਿੱਚ ਦਾਖਲ ਕਰ ਲਿਆ ਗਿਆ ਸੀ। ਚੀਨ ਦਾ ਇਹ ਕਦਮ ਕੈਲੀਫੋਰਨੀਆ ਵਿੱਚ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਅਤੇ ਅਮਰੀਕੀ ਸਦਨ ਦੇ ਸਪੀਕਰ ਕੇਵਿਨ ਮੈਕਾਰਥੀ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਆਇਆ ਹੈ। ਚੀਨ ਸਵੈ ਸ਼ਾਸਿਤ ਤਾਈਵਾਨ ਨੂੰ ਆਪਣੇ ਖੇਤਰ ਦਾ ਹਿੱਸਾ ਮੰਨਦਾ ਹੈ ਅਤੇ ਲੋੜ ਪੈਣ ਤੇ ਇੱਕ ਦਿਨ ਤਾਕਤ ਨਾਲ ਇਸ ਤੇ ਕਬਜ਼ਾ ਕਰਨ ਦੀ ਸਹੁੰ ਖਾਧੀ ਹੈ। ਪਿਛਲੇ ਅਗਸਤ ਵਿੱਚ ਮੈਕਾਰਥੀ ਦੀ ਪੂਰਵਜ ਨੈਂਸੀ ਪੈਲੋਸੀ ਦੁਆਰਾ ਟਾਪੂ ਦੀ ਯਾਤਰਾ ਤੋਂ ਬਾਅਦ ਚੀਨ ਨੇ ਸਾਲਾਂ ਵਿੱਚ ਆਪਣੀ ਤਾਕਤ ਦੇ ਸਭ ਤੋਂ ਵੱਡੇ ਪ੍ਰਦਰਸ਼ਨ ਵਿੱਚ ਤਾਈਵਾਨ ਦੇ ਆਲੇ ਦੁਆਲੇ ਜੰਗੀ ਜਹਾਜ਼, ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ ਤਾਇਨਾਤ ਕੀਤੇ। ਉੱਤਰੀ ਕੋਰੀਆ ਨੇ ਪਾਣੀ ਦੇ ਅੰਦਰ ਪਰਮਾਣੂ ਡਰੋਨ ਦੇ ਇੱਕ ਹੋਰ ਪ੍ਰੀਖਣ ਦਾ ਦਾਅਵਾ ਕੀਤਾ ਹੈ। ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਹਫ਼ਤੇ ਜਲ ਸੈਨਾ ਦੇ ਜਹਾਜ਼ਾਂ ਅਤੇ ਬੰਦਰਗਾਹਾਂ ਨੂੰ ਨਸ਼ਟ ਕਰਨ ਲਈ ਤਿਆਰ ਕੀਤੇ ਗਏ ਪਰਮਾਣੂ ਸਮਰੱਥ ਅੰਡਰ ਵਾਟਰ ਅਟੈਕ ਡਰੋਨ ਦੀ ਦੂਜੀ ਕਿਸਮ ਦੀ ਪਰਖ ਕੀਤੀ। ਇਸ ਸਾਲ ਹਥਿਆਰਾਂ ਦੇ ਪ੍ਰਦਰਸ਼ਨਾਂ ਦੀ ਇੱਕ ਭੜਕਾਹਟ ਨੂੰ ਜੋੜਿਆ ਜਿਸ ਨੇ ਵਿਰੋਧੀਆਂ ਨਾਲ ਤਣਾਅ ਵਧਾਇਆ ਹੈ। 4 ਦਿਨਾਂ ਦੇ ਪ੍ਰੀਖਣ ਦੀ ਰਿਪੋਰਟ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਦੇ ਪਰਮਾਣੂ ਰਾਜਦੂਤਾਂ ਦੀ ਸਿਓਲ ਵਿੱਚ ਹੋਈ ਬੈਠਕ ਤੋਂ ਇੱਕ ਦਿਨ ਬਾਅਦ ਆਈ ਹੈ। ਪਰਮਾਣੂ ਧਮਕੀ ਅਤੇ ਇਸਦੇ ਹਥਿਆਰਾਂ ਦੇ ਪ੍ਰੋਗਰਾਮ ਨੂੰ ਫੰਡ ਦੇਣ ਵਾਲੀਆਂ ਗੈਰ ਕਾਨੂੰਨੀ ਉੱਤਰੀ ਕੋਰੀਆ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਮਜ਼ਬੂਤ ਅੰਤਰਰਾਸ਼ਟਰੀ ਯਤਨਾਂ ਦੀ ਮੰਗ ਕੀਤੀ ਗਈ ਹੈ। ਉੱਤਰੀ ਕੋਰੀਆ ਦੇ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਡਰੋਨ, ਜਿਸ ਦਾ ਨਾਮ ਕੋਰੀਅਨ ਸ਼ਬਦ ਤੇ ਹੈਲ 2 ਹੈ, ਜਿਸ ਦਾ ਅਰਥ ਸੁਨਾਮੀ ਜਾਂ ਸਮੁੰਦਰੀ ਲਹਿਰਾਂ ਹਨ, ਨੇ ਪੂਰਬੀ ਬੰਦਰਗਾਹ ਸ਼ਹਿਰ ਟੈਂਚੋਨ ਦੇ ਨੇੜੇ ਪਾਣੀਆਂ ਵਿੱਚ ਇੱਕ ਨਕਲੀ ਵਾਰਹੈਡ ਨੂੰ ਸਫਲਤਾਪੂਰਵਕ ਵਿਸਫੋਟ ਕਰਨ ਤੋਂ ਪਹਿਲਾਂ 71 ਘੰਟਿਆਂ ਤੋਂ ਵੱਧ ਸਮੇਂ ਤੱਕ ਪਾਣੀ ਦੇ ਅੰਦਰ ਯਾਤਰਾ ਕੀਤੀ। ਸ਼ੁੱਕਰਵਾਰ KCNA ਨੇ ਕਿਹਾ ਕਿ ਪ੍ਰੀਖਣ ਨੇ ਸਾਬਿਤ ਕੀਤਾ ਹੈ ਕਿ ਹਥਿਆਰ ਘਾਤਕ ਹਮਲੇ ਦੀ ਸਮਰੱਥਾ ਨਾਲ 1000 ਕਿਲੋਮੀਟਰ ਦਾ ਨਿਸ਼ਾਨੇ ਤੇ ਹਮਲਾ ਕਰ ਸਕਦਾ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਪਿਛਲੇ ਮਹੀਨੇ ਹੈਲ 1 ਨਾਮਕ ਇੱਕ ਹੋਰ ਡਰੋਨ ਦੇ 2 ਟੈਸਟਾਂ ਦੀ ਰਿਪੋਰਟ ਦਿੱਤੀ ਸੀ ਅਤੇ ਇਸ ਹਥਿਆਰ ਨੂੰ ਦੁਸ਼ਮਣ ਦੇ ਜਹਾਜ਼ਾਂ ਅਤੇ ਬੰਦਰਗਾਹਾਂ ਨੂੰ ਨਸ਼ਟ ਕਰਨ ਲਈ ਰੇਡੀਓ ਐਕਟਿਵ ਸੁਨਾਮੀ ਸਥਾਪਿਤ ਕਰਨ ਦੇ ਸਮਰੱਥ ਦੱਸਿਆ ਸੀ। ਵਿਸ਼ਲੇਸ਼ਕ ਹਾਲਾਂਕਿ ਸੰਦੇਹ ਵਿੱਚ ਹਨ ਕਿ ਅਜਿਹਾ ਉਪਕਰਣ ਉੱਤਰੀ ਕੋਰੀਆ ਦੇ ਮਿਜ਼ਾਈਲਾਂ ਦੇ ਆਲੇ ਦੁਆਲੇ ਬਣੇ ਪਰਮਾਣੂ ਹਥਿਆਰਾਂ ਦੇ ਵੱਧ ਰਹੇ ਹਥਿਆਰਾਂ ਲਈ ਇੱਕ ਅਰਥਪੂਰਨ ਨਵਾਂ ਖੇਤਰ ਵਧਾਏਗਾ ਅਤੇ ਕੀ ਉੱਤਰੀ ਲਈ ਪਰਮਾਣੂ ਬੰਬ ਈਂਧਨ ਦੀ ਅਜੇ ਵੀ ਸੀਮਤ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀਆਂ ਸਮਰੱਥਾਵਾਂ ਦਾ ਪਿੱਛਾ ਕਰਨਾ ਵਾਜਬ ਹੈ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਹ ਮੰਨਦੀ ਹੈ ਕਿ ਹੈਲ 1 ਬਾਰੇ ਉੱਤਰੀ ਕੋਰੀਆ ਦੇ ਦਾਅਵੇ ਸੰਭਾਵਤ ਤੌਰ ਤੇ ਅਧਿਕਥਾ ਜਾਂ ਮਨਘੜਤ ਸਨ। ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ ਵਿਸ਼ੇਸ਼ ਪ੍ਰਤੀਨਿਧ ਸੁੰਗ ਕਿਮ ਨੇ ਸਿਓਲ ਵਿੱਚ ਆਪਣੇ ਦੱਖਣੀ ਕੋਰੀਆਈ ਅਤੇ ਜਾਪਾਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀਆਂ ਪਾਬੰਦੀਆਂ ਤੋਂ ਬਚਣ ਲਈ ਉੱਤਰੀ ਕੋਰੀਆ ਦੇ ਯਤਨਾਂ ਨੂੰ ਰੋਕਣ ਲਈ ਮਜ਼ਬੂਤ ਅੰਤਰਰਾਸ਼ਟਰੀ ਸਮਰਥਨ ਦੀ ਮੰਗ ਕਰਦੇ ਹੋਏ ਇੱਕ ਸਾਂਝਾ ਬਿਆਨ ਜਾਰੀ ਕੀਤਾ। ਇਸ ਦੀਆਂ ਪਰਮਾਣੂ ਹਥਿਆਰਾਂ ਦੀਆਂ ਇੱਛਾਵਾਂ ਰਾਜਦੂਤਾਂ ਨੇ ਉੱਤਰੀ ਕੋਰੀਆ ਦੇ ਸਾਈਬਰ ਅਪਰਾਧਾਂ ਅਤੇ ਗੈਰ ਕਾਨੂੰਨੀ ਮਜ਼ਦੂਰਾਂ ਦੇ ਨਿਰਯਾਤ ਬਾਰੇ ਵਿਸ਼ੇਸ਼ ਚਿੰਤਾ ਜ਼ਾਹਰ ਕੀਤੀ, ਜੋ ਕਿ ਸਿਓਲ ਦਾ ਕਹਿਣਾ ਹੈ ਕਿ ਇਹ ਸੰਭਾਵਤ ਤੌਰ ਤੇ ਫੈਲ ਸਕਦਾ ਹੈ ਕਿਉਂਕਿ ਇਹ COVID-19 ਦੇ ਡਰ ਕਾਰਨ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਦਾ ਹੈ। ਉੱਤਰੀ ਕੋਰੀਆ ਨੇ ਇਕੱਲੇ 2023 ਵਿੱਚ
11 ਵੱਖ-ਵੱਖ ਲਾਂਚ ਇਵੈਂਟ ਵਿੱਚ ਲਗਭਗ 30 ਮਿਜ਼ਾਈਲਾਂ ਲੱਗੀਆਂ, ਜਿਸ ਵਿੱਚ ਇੱਕ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਸ਼ਾਮਿਲ ਹੈ ਜੋ ਅਮਰੀਕਾ ਦੀ ਮੁੱਖ ਭੂਮੀ ਤੱਕ ਪਹੁੰਚਣ ਦੀ ਸੰਭਾਵੀ ਰੇਂਜ ਦਾ ਪ੍ਰਦਰਸ਼ਨ ਕਰਦੀ ਹੈ ਅਤੇ ਦੱਖਣੀ ਕੋਰੀਆ ਦੇ ਟੀਚਿਆਂ ਤੇ ਪਰਮਾਣੂ ਹਮਲੇ ਕਰਨ ਲਈ ਤਿਆਰ ਕੀਤੇ ਗਏ ਕਈ ਛੋਟੇ ਦੂਰੀ ਦੇ ਹਥਿਆਰ ਵੀ ਇਸ ਵਿੱਚ ਸ਼ਾਮਲ ਹਨ। ਤੇਲ ਅਵੀਵ ਹਮਲੇ ਵਿੱਚ ਇੱਕ ਸੈਲਾਨੀ ਦੀ ਮੌਤ, 5 ਜ਼ਖਮੀ। ਇਜ਼ਰਾਈਲ ਅਤੇ ਇਟਾਲਵੀ ਅਧਿਕਾਰੀਆਂ ਨੇ ਕਿਹਾ ਕਿ ਤੇਲ ਅਵੀਵ ਵਿਖੇ ਸ਼ੁੱਕਰਵਾਰ ਨੂੰ ਕਾਰ ਰੈਮਿੰਗ ਹਮਲੇ ਵਿੱਚ ਇੱਕ ਇਟਾਲਵੀ ਸੈਲਾਨੀ ਦੀ ਮੌਤ ਹੋ ਗਈ ਅਤੇ 5 ਹੋਰ ਸੈਲਾਨੀ ਜ਼ਖਮੀ ਹੋ ਗਏ। ਇੱਕ ਇਜ਼ਰਾਈਲੀ ਸੁਰੱਖਿਆ ਸੂਤਰ ਨੇ ਹਮਲਾਵਰ ਦੀ ਪਹਿਚਾਣ ਇਜ਼ਰਾਈਲੀ ਅਰਬ ਵਜੋਂ ਕੀਤੀ ਹੈ। ਕਾਫਰ ਕਾਸੀ, ਇੱਕ ਪੁਲਿਸ ਅਧਿਕਾਰੀ ਜੋ ਨੇੜੇ ਹੀ ਸੀ, ਇੱਕ ਪ੍ਰਸਿੱਧ ਤੇਲ ਅਵੀਵਾ ਪਰਮੋਨੇਟ ਦੇ ਨੇੜੇ ਕਈ ਲੋਕਾਂ ਨੂੰ ਜ਼ਖਮੀ ਅਤੇ ਇੱਕ ਪਲਟ ਗਈ ਕਾਰ ਨੂੰ ਲੱਭਣ ਲਈ ਘਟਨਾ ਸਥਾਨ ਤੇ ਪਹੁੰਚਿਆ। ਪੁਲਿਸ ਨੇ ਕਿਹਾ ਕਿ ਅਧਿਕਾਰੀ ਨੇ ਡਰਾਈਵਰ ਨੂੰ ਬੇਅਸਰ ਕਰ ਦਿੱਤਾ ਜਦੋਂ ਉਸਦੇ ਬੰਦੂਕ ਖਿੱਚਣ ਦੀ ਕੋਸ਼ਿਸ਼ ਕੀਤੀ। ਕਾਰ ਇੱਕ ਮਸ਼ਹੂਰ ਬਾਈਕ ਅਤੇ ਬੀਚ ਦੇ ਨਾਲ ਪੈਦਲ ਮਾਰਗ ਦੇ ਨੇੜੇ ਸੜਕ ਤੇ ਉਲਟ ਗਈ ਸੀ। ਘਟਨਾ ਤੋਂ ਥੋੜੀ ਦੇਰ ਬਾਅਦ ਦੀ ਰਾਈਟਰਸ ਵੀਡੀਓ ਵਿੱਚ ਇੱਕ ਪਾਰਕ ਦੇ ਘਾਹ ਉੱਤੇ ਇੱਕ ਚਿੱਟੇ ਰੰਗ ਦੀ ਕਾਰ ਨੂੰ ਉਲਟਾ ਦਿਖਾਇਆ ਗਿਆ। ਪੁਲਿਸ ਨੇ ਐਮਰਜੈਂਸੀ ਜਵਾਬ ਦੇਣ ਵਾਲੇ ਇਟਲੀ ਦੇ ਵਿਸ਼ੇਸ਼ ਮੰਤਰੀ ਨਾਲ ਭਰੇ ਹੋਏ ਖੇਤਰ ਨੂੰ ਘੇਰ ਲਿਆ। ਐਂਟੋਨੀਓ ਤਾਜਾਨੀ ਨੇ ਟਵਿੱਟਰ ਦੀ ਪੁਸ਼ਟੀ ਤੇ ਪੁਸ਼ਟੀ ਕੀਤੀ ਕਿ ਮਾਰਿਆ ਗਿਆ ਵਿਅਕਤੀ ਇਟਾਲਵੀ ਸੀ। 2 ਇਜ਼ਰਾਈਲੀ ਭੈਣਾਂ ਦੇ ਮਰੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਹ ਦੂਜਾ ਘਾਤਕ ਹਮਲਾ ਸੀ ਜਦੋਂ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਉਹਨਾਂ ਦੀ ਕਾਰ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਅੱਜ ਦੇ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕਰਦਾ ਹੈ। ਅੱਜ ਦੇ 3 ਭਿਆਨਕ ਹਮਲਿਆਂ, ਜਿਨ੍ਹਾਂ ਵਿੱਚ 3 ਮਾਰੇ ਗਏ ਅਤੇ ਘੱਟੋ-ਘੱਟ 8 ਹੋਰ ਜ਼ਖਮੀ ਹੋਏ, ਇਜ਼ਰਾਈਲ, ਇਟਲੀ ਅਤੇ ਯੂਨਾਈਟਿਡ ਕਿੰਗਡਮ ਦੇ ਨਾਗਰਿਕ ਪ੍ਰਭਾਵਿਤ ਵੀ ਹੋਏ। ਕਿਸੇ ਵੀ ਕੌਮੀਅਤ ਦੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਗੈਰ ਸੰਵੇਦਨਸ਼ੀਲ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੁਲਿਸ ਨੂੰ ਸਾਰੀਆਂ ਰਿਜ਼ਰਵ ਬਾਰਡਰ ਪੁਲਿਸ ਯੂਨਿਟਾਂ ਨੂੰ ਲਾਮਬੰਦ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਹਨਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ IDF ਅੱਤਵਾਦੀ ਹਮਲਿਆਂ ਦਾ ਮੁਕਾਬਲਾ ਕਰਨ ਲਈ ਵਾਧੂ ਬਲਾਂ ਨੂੰ ਜਤਾਉਣ ਦੀ ਜ਼ਰੂਰਤ ਹੈ। ਇਜ਼ਰਾਈਲ ਦੇ ਮੈਗਨ ਡੇਵਿਡ ਅਡੋਮ ਐਂਬੂਲੈਂਸ ਸੇਵਾ ਨੇ ਕਿਹਾ ਕਿ ਤੇਲ ਅਵੀਵ ਹਮਲੇ ਦੇ ਸਾਰੇ ਪੀੜਤ ਸੈਲਾਨੀ ਹੀ ਸਨ। ਰੂਸ ਨੇ ਜ਼ਮੀਨੀ ਤੌਰ ਤੇ ਕਬਜ਼ੇ ਵਾਲੇ ਯੂਕਰੇਨ ਦੇ ਖੇਤਰ ਨੂੰ ਮਾਰਿਆ। ਰੂਸੀ ਬਲਾਂ ਨੇ ਪ੍ਰਾਂਤਾਂ ਦੇ ਬੰਬਾਰੀ ਕਰਨ ਲਈ ਜ਼ਮੀਨੀ ਅਤੇ ਹਵਾਈ ਫਾਇਰਡ ਮਿਜ਼ਾਈਲਾਂ, ਰਾਕੇਟ ਲਾਂਚਰਾਂ ਅਤੇ ਹਥਿਆਰਬੰਦ ਡਰੋਨਾਂ ਦੀ ਵਰਤੋਂ ਕੀਤੀ। ਯੂਕਰੇਨ ਇਸ ਨੂੰ ਗੈਰ ਕਾਨੂੰਨੀ ਤੌਰ ਤੇ ਜੋੜਿਆ ਗਿਆ ਹੈ ਪਰ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰਦਾ, ਜਿਸ ਕਾਰਨ ਸ਼ੁੱਕਰਵਾਰ ਨੂੰ ਜਾਨੀ ਨੁਕਸਾਨ, ਇਮਾਰਤ ਨੂੰ ਨੁਕਸਾਨ ਅਤੇ ਬਿਜਲੀ ਬੰਦ ਹੋ ਗਈ। ਯੂਕਰੇਨ ਦੀ ਫੌਜ ਨੇ ਕਿਹਾ ਕਿ ਰੂਸੀ ਬਲਾਂ ਨੇ ਵੀਰਵਾਰ ਅਤੇ ਸ਼ੁੱਕਰਵਾਰ ਸਵੇਰ ਦਰਮਿਆਨ ਕਈ ਰਾਕੇਟ ਲਾਂਚਰਾਂ ਤੋਂ 18 ਹਵਾਈ ਹਮਲੇ, 5 ਮਿਜ਼ਾਈਲ ਹਮਲੇ ਅਤੇ 53 ਹਮਲੇ ਕੀਤੇ। ਜਨਰਲ ਸਟਾਫ ਦੇ ਬਿਆਨ ਅਨੁਸਾਰ ਰੂਸ ਯੂਕਰੇਨ ਦੇ ਉਦਯੋਗਿਕ ਪੂਰਬ ਵਿੱਚ ਇਸ ਦੀਆਂ ਅਪਮਾਨਜਨਕ ਕਾਰਵਾਈਆਂ ਦਾ ਵੱਡਾ ਹਿੱਸਾ ਲੀਮਨ ਦੇ ਸ਼ਹਿਰਾਂ ਅਤੇ ਕਸਬਿਆਂ ਤੇ ਕੇਂਦਰਿਤ ਸੀ। ਸ਼ੁੱਕਰਵਾਰ ਦੀਆਂ ਜ਼ਿਆਦਾਤਰ ਜੰਗੀ ਰਿਪੋਰਟਾਂ 4 ਯੂਕਰੇਨ ਪ੍ਰਾਂਤਾਂ ਨਾਲ ਸੰਬੰਧਿਤ ਸਨ, ਜਿਨ੍ਹਾਂ ਨੂੰ ਰੂਸ ਨੇ ਸਤੰਬਰ ਵਿੱਚ ਸ਼ਾਮਿਲ ਕੀਤਾ ਸੀ। ਡੋਨੇਟਸਕ, ਲੁਹਾਨਸਕ, ਜ਼ੋਪਰੀਜ਼ੀਆ ਅਤੇ ਖੇਰਸਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਫੌਜ ਨੂੰ ਸੂਬਿਆਂ ਤੇ ਪੂਰਾ ਕੰਟਰੋਲ ਹਾਸਿਲ ਕਰਨ ਦਾ ਹੁਕਮ ਦਿੱਤਾ ਹੈ, ਜਦਕਿ ਯੂਕਰੇਨ ਨੇ ਸੰਕੇਤ ਦਿੱਤਾ ਹੈ ਕਿ ਉਹ ਜਲਦੀ ਹੀ ਹੋਰ ਖੇਤਰ ਵਾਪਸ ਲੈਣ ਲਈ ਜਵਾਬੀ ਕਾਰਵਾਈ ਸ਼ੁਰੂ ਕਰੇਗਾ। ਰੂਸ ਨੇ 2014 ਵਿੱਚ ਯੂਕਰੇਨ ਤੋਂ ਕ੍ਰੀਮੀਅਨ ਪ੍ਰਾਇਦੀਪ ਨੂੰ ਵੀ ਸ਼ਾਮਿਲ ਕਰ ਲਿਆ, ਇੱਕ ਅਜਿਹਾ ਕਦਮ ਜਿਸ ਨੂੰ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੇ ਵੀ ਗੈਰ ਕਾਨੂੰਨੀ ਮੰਨਿਆ। ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੈਲੈਂਸਕੀ ਨੇ ਰੂਸ ਦੇ ਕਬਜ਼ੇ ਵਾਲੇ ਸਾਰੇ ਖੇਤਰਾਂ ਨੂੰ ਮੁੜ ਹਾਸਲ ਕਰਨ ਦੀ ਸਹੁੰ ਖਾਧੀ ਹੈ। ਤਾਜ਼ਾ ਲੜਾਈ ਵਿੱਚ ਯੂਕਰੇਨ ਦੀ ਫੌਜ ਨੇ ਕਿਹਾ ਕਿ ਉਸਨੇ ਮਾਰਿੰਕਾ ਦੇ ਨੇੜੇ ਇੱਕ ਰੂਸੀ Su-25 ਜ਼ਮੀਨੀ ਹਮਲਾ ਕਰਨ ਵਾਲੇ ਜੈਟ ਨੂੰ ਡੇਗ ਦਿੱਤਾ। ਇੱਕ ਵੀਡੀਓ ਵਿੱਚ ਇੱਕ ਵੱਡਾ ਧਮਾਕਾ ਦਿਖਾਇਆ ਗਿਆ ਜਦੋਂ ਜਹਾਜ਼ ਜ਼ਮੀਨ ਤੇ ਟਕਰਾ ਗਿਆ। ਇਸ ਦਾ ਪਾਇਲਟ ਪੈਰਾਸ਼ੂਟ ਤੇ ਉਤਰ ਰਿਹਾ ਸੀ। ਰੂਸੀ ਫੌਜ ਨੇ ਨੁਕਸਾਨ ਤੇ ਆਪਣੀ ਆਮ ਚੁੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਗੀ ਜਹਾਜ਼ ਦੇ ਡਿੱਗਣ ਦੀ ਪੁਸ਼ਟੀ ਨਹੀਂ ਕੀਤੀ। ਬ੍ਰਿਟਿਸ਼ ਫੌਜੀ ਅਧਿਕਾਰੀਆਂ ਨੇ ਆਪਣੇ ਤਾਜ਼ਾ ਰੋਜ਼ਾਨਾ ਵਿਸ਼ਲੇਸ਼ਣ ਵਿੱਚ ਕਿਹਾ ਕਿ ਰੂਸੀ ਫੌਜਾਂ ਨੇ ਸੰਭਾਵਤ ਤੌਰ ਤੇ ਬਖਮੂਤ ਦੇ ਕੇਂਦਰ ਵਿੱਚ ਅੱਗੇ ਵਧਿਆ ਹੈ ਅਤੇ ਬਖਮੁਕਤਾ ਨਦੀ ਦੇ ਪੱਛਮੀ ਕੰਢੇ ਤੇ ਕਬਜ਼ਾ ਕਰ ਲਿਆ ਹੈ। ਬਖਮੁਤ ਨੂੰ ਲੈਣ ਲਈ ਰੂਸ ਦੀ 8 ਮਹੀਨਿਆਂ ਦੀ ਮੁਹਿੰਮ ਅਤੇ ਸ਼ਹਿਰ ਦੀ ਰੱਖਿਆ ਲਈ ਯੂਕਰੇਨ ਦੇ ਦ੍ਰਿੜ ਇਰਾਦੇ ਨੇ ਯੁੱਧ ਦੀ ਸਭ ਤੋਂ ਲੰਮੀ ਅਤੇ ਸੰਭਾਵੀ ਤੌਰ ਤੇ ਸਭ ਤੋਂ ਖੂਨੀ ਲੜਾਈ ਪੈਦਾ ਕੀਤੀ ਹੈ, ਜੋ ਪੁਤਿਨ ਨੇ 24 ਫਰਵਰੀ 2022 ਨੂੰ ਸ਼ੁਰੂ ਕੀਤੀ ਸੀ।
यूके ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਦੀ ਤਰੱਕੀ ਜੋ ਕਿ ਮਾਰਚ ਦੇ ਅੰਤ ਤੋਂ ਵੱਡੇ ਪੱਧਰ ਤੇ ਰੁਕ ਗਈ ਸੀ ਨੇ ਮੁੜ ਗਤੀ ਪ੍ਰਾਪਤ ਕੀਤੀ ਹੈ। ਬ੍ਰਿਟਿਸ਼ ਖੁਫੀਆ ਜਾਣਕਾਰੀ ਦੇ ਅਨੁਸਾਰ ਬਖਮੁਤ ਦੇ ਪੱਛਮ ਵੱਲ ਯੂਕਰੇਨ ਦਾ ਮੁੱਖ ਸਪਲਾਈ ਰੂਟ ਖੇਤਰ ਵਿੱਚ ਸੀ। ਰੂਸ ਨੇ ਤੋਪਖਾਨੇ ਦੀ ਵਧੇਰੇ ਪ੍ਰਭਾਵੀ ਵਰਤੋਂ ਕੀਤੀ ਅਤੇ ਨਿਯਮਿਤ ਬਲਾਂ ਦੁਆਰਾ ਮਜ਼ਬੂਤੀ ਤੋਂ ਲਾਭ ਉਠਾਇਆ, ਜਿਸ ਵਿੱਚ ਸੰਭਾਵਤ ਤੌਰ ਤੇ ਹਵਾਈ ਫੌਜਾਂ ਸ਼ਾਮਲ ਸਨ। ਬ੍ਰਿਟਿਸ਼ ਫੌਜੀ ਅਧਿਕਾਰੀਆਂ ਨੇ ਇਹ ਵੀ ਨੋਟ ਕੀਤਾ ਕਿ ਨਿਯਮਿਤ ਫੌਜੀ ਕਮਾਂਡਰਾਂ ਅਤੇ ਵੈਗਨਰ ਗਰੁੱਪ ਇੱਕ ਨਿੱਜੀ ਰੂਸੀ ਫੌਜੀ ਕੰਪਨੀ ਜਿਸ ਨੇ ਆਪਣੇ ਸੈਨਿਕਾਂ ਨੂੰ ਕਈ ਅਫਰੀਕੀ ਦੇਸ਼ਾਂ ਵਿੱਚ ਲੜਨ ਲਈ ਭੇਜਿਆ ਹੈ, ਉਹਨਾਂ ਨੇ ਸੰਭਵ ਤੌਰ ਤੇ ਸਹਿਯੋਗ ਵੀ ਸੁਧਾਰ ਕੀਤਾ ਹੈ ਅਤੇ ਆਪਣੇ ਝਗੜੇ ਨੂੰ ਰੋਕ ਦਿੱਤਾ ਹੈ। UAE ਨੇ ਦੱਖਣੀ ਅਫਰੀਕਾ ਦੇ ਭ੍ਰਿਸ਼ਟਾਚਾਰ ਦੇ ਦੋਸ਼ੀ ਗੁਪਤਾ ਭਰਾਵਾਂ ਦੀ ਹਵਾਲਗੀ ਨੂੰ ਰੱਦ ਕਰ ਦਿੱਤਾ ਹੈ। ਦੱਖਣੀ ਅਫਰੀਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨੂੰ ਸਦਮੇ ਅਤੇ ਨਿਰਾਸ਼ਾ ਦੇ ਨਾਲ ਪਤਾ ਲੱਗਾ ਹੈ ਕਿ ਸੰਯੁਕਤ ਅਰਬ ਅਮੀਰਾਤ ਦੇ ਉਦਯੋਗਿਕ ਪੱਧਰ ਤੇ ਭ੍ਰਿਸ਼ਟਾਚਾਰ ਦੇ ਆਰਕੈਸਟ੍ਰੇਟ ਕਰਨ ਦੀ ਦੋਸ਼ੀ ਭਰਾਵਾਂ ਦੀ ਹਵਾਲਗੀ ਕਰਨ ਦੀ ਆਪਣੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਨਿਆਂ ਮੰਤਰੀ ਰੋਨਾਲਡ ਲਮੋਲਾ ਨੇ ਕਿਹਾ ਕਿ ਸਰਕਾਰ ਨੂੰ ਵੀਰਵਾਰ ਸ਼ਾਮ ਨੂੰ ਦੁਬਈ ਦੀ ਅਦਾਲਤ ਦੇ ਫੈਸਲੇ ਬਾਰੇ ਸੂਚਿਤ ਕੀਤਾ ਗਿਆ ਸੀ, ਜਿਸ ਵਿੱਚ ਕਾਰੋਬਾਰੀ ਅਤੁਲ ਅਤੇ ਰਾਜੇਸ਼ ਗੁਪਤਾ ਦੀ ਹਵਾਲਗੀ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸਾਨੂੰ ਸਦਮੇ ਅਤੇ ਨਿਰਾਸ਼ਾ ਦੇ ਨਾਲ ਪਤਾ ਲੱਗਾ ਕਿ 13 ਫਰਵਰੀ 2023 ਨੂੰ ਦੁਬਈ ਦੀ ਅਦਾਲਤ ਵਿੱਚ ਹਵਾਲਗੀ ਦੀ ਸੁਣਵਾਈ ਪੂਰੀ ਹੋ ਗਈ ਸੀ ਅਤੇ ਸਾਡੀ ਹਵਾਲਗੀ ਦੀ ਬੇਨਤੀ ਅਸਫਲ ਰਹੀ। ਸਿਲਮੋਲਾ ਇੱਕ ਬਿਆਨ ਵਿੱਚ ਕਿਹਾ, ਸਾਨੂੰ ਸਦਮੇ ਅਤੇ ਨਿਰਾਸ਼ਾ ਦੇ ਨਾਲ ਪਤਾ ਲੱਗਾ ਹੈ ਕਿ 13 ਫਰਵਰੀ 2023 ਨੂੰ ਦੁਬਈ ਦੀ ਅਦਾਲਤ ਵਿੱਚ ਹਵਾਲਗੀ ਦੀ ਸੁਣਵਾਈ ਪੂਰੀ ਹੋ ਗਈ ਸੀ ਅਤੇ ਸਾਡੀ ਹਵਾਲਗੀ ਦੀ ਬੇਨਤੀ ਅਸਫਲ ਰਹੀ ਸੀ। ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਮੰਤਰੀ ਨੇ ਕਿਹਾ ਕਿ ਅਦਾਲਤ ਨੇ ਪਾਇਆ ਕਿ ਇਸ ਨਾਲ ਸੰਬੰਧਿਤ ਗ੍ਰਿਫਤਾਰੀ ਵਾਰੰਟ ਰੱਦ ਕਰ ਦਿੱਤਾ ਗਿਆ ਸੀ। ਲਮੋਲਾ ਨੇ ਕਿਹਾ, ਸਾਡੀ ਬੇਨਤੀ ਨੂੰ ਅਸਵੀਕਾਰ ਕਰਨ ਲਈ ਪ੍ਰਦਾਨ ਕੀਤੇ ਗਏ ਕਾਰਨ ਸਮਝ ਤੋਂ ਬਾਹਰ ਹਨ ਅਤੇ ਅਮੀਰੀ ਅਧਿਕਾਰੀਆਂ ਦੁਆਰਾ ਦਿੱਤੇ ਗਏ ਭਰੋਸੇ ਦੇ ਮੱਦੇਨਜ਼ਰ ਉੱਠਦੇ ਹਨ ਕਿ ਸਾਡੀਆਂ ਬੇਨਤੀਆਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀਆਂ ਹਨ। ਸਿੰਗਾਪੁਰ ਵਿੱਚ ਸ਼ਾਪਿੰਗ ਮਾਲ ਦੇ ਬਾਹਰ ਧੱਕਾ ਦਿੱਤੇ ਜਾਣ ਕਾਰਨ ਭਾਰਤੀ ਮੂਲ ਦੇ ਵਿਅਕਤੀ ਦੀ ਇੱਕ ਮੌਤ ਹੋ ਗਈ। ਸਿੰਗਾਪੁਰ ਵਿੱਚ ਇੱਕ ਸ਼ਾਪਿੰਗ ਮਾਲ ਦੇ ਬਾਹਰ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਛਾਤੀ ਵਿੱਚ ਕਿਸੇ ਹੋਰ ਵਿਅਕਤੀ ਦੁਆਰਾ ਧੱਕਾ ਦੇਣ ਅਤੇ ਪੌੜੀਆਂ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। 34 ਸਾਲਾ ਥਵੇਦਰਨ ਸ਼ਨਮੁਗਮ ਪਿਛਲੇ ਮਹੀਨੇ ਆਰਚਰ ਰੋਡ ਤੇ ਕੌਨਕੋਰਡ ਸ਼ਾਪਿੰਗ ਮਾਲ ਦੀਆਂ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਸੀ। ਸ਼ੁੱਕਰਵਾਰ ਨੂੰ ਦ ਸਟ੍ਰੇਟ ਟਾਈਮਜ਼ ਅਖਬਾਰ ਨੇ ਰਿਪੋਰਟ ਕੀਤੀ ਸੀ ਇੱਕ ਨਿੱਜੀ ਅਖਬਾਰ ਨੇ ਰਿਪੋਰਟ ਕੀਤੀ ਸੀ ਕਿ ਉਸ ਦੀ ਖੋਪੜੀ ਵਿੱਚ ਕਈ ਫ੍ਰੈਕਚਰ ਹੋਏ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਮੰਡਾਈ ਸ਼ਮਸ਼ਾਨ ਘਾਟ ਵਿੱਚ ਉਸ ਦਾ ਸੰਸਕਾਰ ਕੀਤਾ ਗਿਆ। ਸ਼ਨਮੁਗਮ ਨੂੰ ਧੱਕਾ ਦੇਣ ਵਾਲੇ ਮੁਹੰਮਦ ਅਜਫਰੀ ਅਬਦੁਲ ਕਾਹਾ 27 ਸਾਲਾਂ ਦੇ ਘਟਨਾ ਦੇ ਇੱਕ ਦਿਨ ਬਾਅਦ ਆਪਣੀ ਮਰਜ਼ੀ ਨਾਲ ਗੰਭੀਰ ਸੱਟ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਜੇਕਰ ਦੋਵੇਂ ਵਿਅਕਤੀ ਘਟਨਾ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸਨ। ਘਟਨਾ ਕਥਿਤ ਤੌਰ ਤੇ ਕੌਨਕੋਰਡ ਸ਼ਾਪਿੰਗ ਮਾਲ ਦੇ ਇੱਕ ਪ੍ਰਸਿੱਧ ਨਾਈਟ ਸਪੌਟ ਦੇ ਬਾਹਰ ਵਾਪਰੀ, ਜਿਸ ਵਿੱਚ ਆਰਚਰਡ ਰੋਡ ਤੇ ਕਈ ਬਾਰ ਅਤੇ ਨਾਈਟ ਕਲੱਬ ਹਨ। ਸ਼ੁੱਕਰਵਾਰ ਨੂੰ ਨਾਈਟ ਕਲੱਬ ਨੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਕਿ ਸ਼ਨਮੁਗਮ ਨੇ ਜਿਸ ਦਿਨ ਹਮਲਾ ਕੀਤਾ ਗਿਆ ਸੀ, ਉਸ ਦਿਨ ਸਵੇਰੇ ਉਸ ਦੇ ਅਹਾਤੇ ਦਾ ਦੌਰਾ ਕੀਤਾ ਗਿਆ ਸੀ। ਲੋਕਾਂ ਨੂੰ ਅਟਕਲਾਂ ਨਾ ਲਗਾਉਣ ਦੀ ਅਪੀਲ ਕਰਦੇ ਹੋਏ ਕਲੱਬ ਅਫਵਾਨ ਨੇ ਸ਼ਨਮੁਗ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਹਨਾਂ ਦੇ ਨੁਕਸਾਨ ਲਈ ਬਹੁਤ ਦੁਖੀ ਅਤੇ ਅਫਸੋਸ ਹੈ। ਦੋਸ਼ੀ ਪਾਏ ਜਾਣ ਤੇ ਅਜਫਰੀ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਨਾਲ ਹੀ ਡੰਡੇ ਜਾਂ ਜੁਰਮਾਨਾ ਵੀ ਹੋ ਸਕਦਾ ਹੈ। ਅਤੇ ਦਸਤਾਵੇਜ਼ਾਂ ਦੇ ਅਨੁਸਾਰ ਅਜਫਰੀ ਨੇ ਕਥਿਤ ਤੌਰ ਤੇ ਅਪਰਾਧ ਨੂੰ ਹੋਰ ਅਪਰਾਧਾਂ ਲਈ ਜੇਲ੍ਹ ਜਾਣ ਤੋਂ ਬਾਅਦ ਮਾਫੀ ਦੇ ਆਦੇਸ਼ ਦੇ ਤਹਿਤ ਕੀਤਾ ਸੀ। ਰਿਪੋਰਟ ਮੁਤਾਬਿਕ ਦੋਸ਼ੀ ਪਾਏ ਜਾਣ ਤੇ ਉਸ ਨੂੰ 178 ਦਿਨਾਂ ਤੱਕ ਦੀ ਵਾਧੂ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇੱਕ ਕੈਦੀ ਨੂੰ ਆਪਣੀ ਸਜ਼ਾ ਦਾ ਇੱਕ ਹਿੱਸਾ ਜੇਲ੍ਹ ਤੋਂ ਬਾਹਰ ਬਿਤਾਉਣ ਦੀ ਆਗਿਆ ਦੇਣ ਲਈ ਇੱਕ ਮਾਫੀ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ। ਵਿਸ਼ਵ ਬੈਂਕ ਸੁਧਾਰਨ ਨਾਲ ਦਹਾਕੇ ਦੌਰਾਨ 50 ਬਿਲੀਅਨ ਡਾਲਰ ਹੋਰ ਵਿਸ਼ਵ ਬੈਂਕ ਸੁਧਾਰਨ ਨਾਲ ਦਹਾਕੇ ਦੌਰਾਨ 50 ਬਿਲੀਅਨ ਡਾਲਰ ਹੋਰ ਉਧਾਰ ਦੇ ਸਕਦਾ ਹੈ। ਵਿਸ਼ਵ ਬੈਂਕ ਦੇ ਚੱਲ ਰਹੇ ਸੁਧਾਰ ਦੇ ਨਤੀਜੇ ਵਜੋਂ ਅਗਲੇ ਦਹਾਕੇ ਵਿੱਚ 50 ਬਿਲੀਅਨ ਡਾਲਰ ਉਧਾਰ ਹੁਲਾਰਾ ਹੋ ਸਕਦਾ ਹੈ। ਖਜ਼ਾਨਾ ਸਕੱਤਰ ਜੈਨੇਟ ਯੈਲਨ ਨੇ ਅਗਲੇ ਹਫ਼ਤੇ ਸਟੇਕ ਹੋਲਡਰਾਂ ਦੀਆਂ ਮੀਟਿੰਗਾਂ ਤੋਂ ਪਹਿਲਾਂ AFP ਨੂੰ ਦੱਸਿਆ, ਜਿੱਥੇ ਮੁੱਖ ਤਬਦੀਲੀਆਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਕੇਂਦਰੀ ਬੈਂਕਰਾਂ, ਵਿੱਤ ਮੰਤਰੀਆਂ ਅਤੇ 180 ਤੋਂ ਵੱਧ ਮੈਂਬਰ ਦੇਸ਼ਾਂ ਦੇ ਪ੍ਰਤੀਭਾਗੀਆਂ ਦੇ ਆਉਣ ਵਾਲੇ ਹਫ਼ਤੇ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀਆਂ ਬਸੰਤ ਮੀਟਿੰਗਾਂ ਲਈ ਅਮਰੀਕੀ ਰਾਜਧਾਨੀ ਵਿੱਚ ਇਕੱਠੇ ਹੋਣ ਦੀ ਉਮੀਦ ਹੈ। ਚਰਚਾ ਦਾ ਇੱਕ ਮੁੱਖ ਵਿਸ਼ਾ ਵਿਸ਼ਵ ਬੈਂਕ ਦਾ ਵਿਕਾਸ ਹੋਵੇਗਾ।
ਰਿਣਦਾਤਾਵਾਂ ਨੂੰ ਪੁਨਰ ਸੁਰਜੀਤ ਕਰਨ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਦਬਾਅ ਦੇ ਵਿਚਕਾਰ ਸੰਯੁਕਤ ਰਾਜ ਵਿਸ਼ਵ ਬੈਂਕ ਸਮੂਹ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਸ਼ੈਲਨ ਨੇ ਵੀਰਵਾਰ ਨੂੰ AFP ਨਾਲ ਇੰਟਰਵਿਊ ਵਿੱਚ ਇਹ ਸਾਰੀਆਂ ਗੱਲਾਂ ਕਹੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਮੁੱਖ ਟੀਚਿਆਂ ਵਿੱਚ ਜਲਵਾਯੂ ਪਰਿਵਰਤਨ, ਮਹਾਮਾਰੀ ਅਤੇ ਟਕਰਾਅ ਅਤੇ ਕਮਜ਼ੋਰੀ ਦੇ ਵਿਰੁੱਧ ਨਿਰਮਾਣ ਲਚਕੀਲਾਪਨ ਨੂੰ ਜੋੜਨ ਲਈ ਬੈਂਕ ਦੇ ਮਿਸ਼ਨ ਦਾ ਇੱਕ ਅਪਡੇਟ ਹੋਣ ਦੀ ਉਮੀਦ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇੱਕ ਮਾਨਤਾ ਹੋਣ ਦੀ ਜ਼ਰੂਰਤ ਹੈ ਕਿ ਇਹ ਚੁਣੌਤੀਆਂ ਵੱਖਰੀਆਂ ਜਾਂ ਵਿਰੋਧੀ ਨਹੀਂ ਹਨ, ਸਗੋਂ ਅਟੁੱਟ ਤੌਰ ਤੇ ਜੁੜੀਆਂ ਹੋਈਆਂ ਹਨ। ਦੂਜਾ, ਉਹਨਾਂ ਨੇ ਕਿਹਾ ਕਿ ਇੱਕ ਘੋਸ਼ਣਾ ਇਹ ਵੀ ਹੋਵੇਗੀ ਕਿ ਬੈਂਕ ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਆਪਣੀ ਵਿੱਤੀ ਸਮਰੱਥਾ ਨੂੰ ਵਧਾ ਰਿਹਾ ਹੈ ਅਤੇ ਤਬਦੀਲੀਆਂ ਨੂੰ ਅਪਣਾ ਰਿਹਾ ਹੈ ਜਾਂ ਉਹਨਾਂ ਤਬਦੀਲੀਆਂ ਦਾ ਸਮਰਥਨ ਕਰ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਅਗਲੇ ਦਹਾਕੇ ਵਿੱਚ ਵਾਧੂ ਉਦਾਰ ਸਮਰੱਥਾ ਵਿੱਚ $50 ਬਿਲੀਅਨ ਵਾਧੂ ਹੋ ਸਕਦੇ ਹਨ। ਧੰਨਵਾਦ। ਕੱਲ ਇਸੇ ਤਰੀਕੇ ਨਾਲ ਫਿਰ ਤੁਹਾਡੇ ਸਾਰੇ ਸਾਹਮਣੇ ਹਾਜ਼ਰ ਹੋਵਾਂਗੀ ਕੁਝ ਨਵੀਆਂ ਖਬਰਾਂ ਲੈ ਕੇ। ਤਦ ਤੱਕ ਲਈ ਜੁੜੇ ਰਹੋ ਪੰਜਾਬ ਹੈਰੀਟੇਜ ਚੈਨਲ ਨਾਲ।